कि असीं गल कर लई किसी दे नाल, वो गल उन्हां नाल करनी है ਜਿਹੜੇ ਸਾਨੂੰ ਸਾਡਾ ਧਿਆਨ ਜਿਹੜਾ ਅਟੈਂਸ਼ਨ ਸਾਡੀ ਜਿਹੜੀ ਹੈ ਉਹ ਪੋਜ਼ਿਟਿਵਿਟੀ ਵੱਲ ਲੈ ਕੇ ਜਾਣ। ਫਿਰ ਜੋ ਪਿਛਲੇ ਪੁਆਇੰਟ 'ਚ ਅਸੀਂ ਡਿਸਕਸ ਕੀਤਾ ਕਿ ਅਸੀਂ we have to learn from our surroundings, take the inspiration from others around us। उन्होंने को इंस्पिरेशन चाहे personal contact ना लइए or through books or through videos, get that inspiration and support from around your world। ਜਿਹੜਾ ਤੁਹਾਡੇ ਸਮਾਜ ਹੈ, ਜਿਹੜਾ ਦੁਨੀਆ ਤੁਹਾਡੇ ਆਲੇ ਦੁਆਲੇ ਹੈ, ਸਭ ਕੁਝ ਤੁਹਾਡੇ ਸਾਹਮਣੇ ਹੈ। ਸੀ ਮਾਈਂਡ ਇਜ਼ ਵੈਰੀ ਪਾਵਰਫੁਲ। ਜਿਹੜਾ ਸਾਡਾ ਮਨ ਹੈ ਨਾ ਬਹੁਤ ਪਾਵਰਫੁਲ ਹੈ। ਇਹ ਜਿੰਨੀ ਫਾਸਟ ਤੇ ਜਿੰਨੀ ਜ਼ੋਰ ਦੀ ਸਾਨੂੰ ਥੱਲੇ ਨੂੰ ਡਿਗਾਉਂਦਾ ਹੈ ਨਾ, ਗਿਰਾਉਂਦਾ ਆ, ਉਨੀ ਹੀ ਇਹ 'ਚ ਸਟਰੈਂਥ ਹੈ ਕਿ ਥੋੜਾ ਜਿਹਾ ਵੀ ਕਿਤੇ ਪੋਜ਼ਿਟਿਵਿਟੀ ਮਿਲ ਜੇ ਨਾ, ਇਹ ਸਾਨੂੰ ਚੁੱਕ ਵੀ ਲੈਂਦਾ। ਇਟ ਮੇਕਸ ਅਸ ਰਾਈਜ਼, ਬੜੀ ਜਲਦੀ ਸਾਨੂੰ ਸਟਰੋਂਗ ਵੀ ਕਰ ਦਿੰਦਾ। ਸੋ ਇਸ ਮਨ ਦੇ ਉੱਤੇ ਕੰਸਨਟਰੇਟ ਕਰਨਾ। ਹੁਣ 7th ਪੁਆਇੰਟ ਇਜ਼ ਦੈਟ ਮੇਕ ਅ ਪਲਾਨ। ਹੁਣ ਜਾਣ ਲਿਆ, ਖੁਦ ਨੂੰ ਅਸੀਂ ਕੰਪੋਜ਼ ਕਰਨਾ ਸ਼ੁਰੂ ਕੀਤਾ, ਦੁਬਾਰਾ ਰੀਲਰਨ ਕੀਤਾ ਫਰਮ ਸਰਾਊਂਡਿੰਗਸ, ਅਸੀਂ ਇੰਸਪੀਰੇਸ਼ਨ ਤੇ ਸਪੋਰਟ ਲਿਆ। ਹੁਣ ਇੱਕ ਪਲਾਨ ਬਣਾਈਏ ਕਿ ਪਤਾ ਲੱਗ ਗਿਆ ਕਿ ਫੇਲੀਅਰ ਦਾ ਕੀ ਕਾਰਨ ਸੀ। ਹੁਣ ਉਹ ਜਿਹੜੇ ਫੇਲੀਅਰ ਦੇ ਜਿਹੜੇ ਰੀਜ਼ਨ ਨੇ ਉਹ ਸਾਡੇ ਸਾਹਮਣੇ ਨੇ, ਅਸੀਂ ਐਨਾਲਿਸਿਸ ਵੀ ਪਿੱਛੇ ਕੀਤਾ ਆ। ਨਾਓ ਮੇਕ ਅ ਪਲਾਨ ਇਜ਼ ਵੈਰੀ ਨੈਸੈਸਰੀ। ਬੜਾ ਜ਼ਰੂਰੀ ਹੁੰਦਾ ਹੈ ਕਿ ਹੁਣ ਅੱਗੇ ਕਿਵੇਂ ਚੱਲਣਾ ਹੈ। ਉਹ ਪਲਾਨ ਬੜਾ ਐਲੈਬੋਰੇਟ ਵੀ ਹੋ ਸਕਦਾ ਹੈ, ਉਹ ਛੋਟਾ ਜਿਹਾ ਵੀ ਹੋ ਸਕਦਾ ਹੈ। there's no need ਕਿ ਮੈਂ ਕਿਤੇ ਬੈਠ ਕੇ for hours I have to design something ਕਿ ਮੈਂ ਕੁਝ ਡਿਜ਼ਾਈਨ ਕਰਨਾ ਹੈ, ਐਸਾ ਨਹੀਂ ਹੈ। ਟੇਕ small steps, ਛੋਟੇ ਸਟੈਪਸ ਦਾ ਇੱਕ ਪਲਾਨ ਬਣਾ ਲਿਆ। ਜਿੱਦਾਂ ਮੰਨ ਲਓ ਕਿ ਕੋਈ ਇਹੋ ਜਿਹਾ ਬਲੋ ਹੈ, ਕੋਈ ਇਹੋ ਜਿਹੀ ਫੇਲੀਅਰ ਹੈ ਜਿਹਦੇ ਚੋਂ ਇਟਸ ਟੇਕਿੰਗ ਟੂ ਲੌਂਗ ਟੂ ਗੈਟ ਆਊਟ ਆਫ ਇਟ, ਉਹ ਚੋਂ ਨਿਕਲਣਾ ਬੜਾ ਔਖਾ ਲੱਗ ਰਿਹਾ। ਤਾਂ ਉਹਦੇ ਲਈ ਇੱਕ ਛੋਟਾ ਜਿਹਾ ਪਲਾਨ ਹੋ ਸਕਦਾ ਹੈ ਕਿ ਓਕੇ, ਮੈਂ ਅੱਜ ਸ਼ਾਮ ਤੱਕ ਕੀ ਕਰਨਾ ਆ, ਮੈਂ ਕੱਲ ਸਵੇਰੇ ਉੱਠ ਕੇ ਮਾਰਨਿੰਗ ਵਾਕ ਤੇ ਜਾਣਾ ਆ, ਮੈਂ ਅੱਛੀ ਚੀਜ਼ਾਂ ਨੂੰ ਸੁਣਨਾ ਆ, ਰਾਈਟ। ਫਿਰ ਉਹਦੇ ਬਾਅਦ ਜੋ ਤੁਹਾਡਾ ਫੇਲੀਅਰ ਪਿੱਛੇ ਹੋਇਆ, ਮੰਨ ਲਓ ਉਹ ਸਟੱਡੀਜ਼ ਦਾ ਸੀ, you worked hard throughout the year but expected grades ਨਹੀਂ ਆਏ, ਜਾਂ ਕੁਛ ਐਸਾ ਹੋਇਆ ਕਿ ਫੇਲੀਅਰ ਹੋ ਗਿਆ, ਤਾਂ ਮੈਂ ਜਾਣ ਲਿਆ ਕਿ ਓਕੇ, ਇੱਕ ਚੀਜ਼ ਮੈਂ ਇਸ ਵਿੱਚ ਬਿਲਕੁਲ ਪੋਜ਼ਿਟਿਵ ਹੈਗੀ ਹੈ, ਦੈਟ ਮੇਰੇ ਕੋਲ 1 ਸਾਲ ਦਾ ਪੂਰਾ ਐਕਸਪੀਰੀਅੰਸ ਹੈਗਾ ਕਿ ਮੈਂ ਇੰਨੇ ਐਫਰਟ ਲਗਾਏ ਸੀ। ਉਹ ਤਾਂ ਨਹੀਂ ਜਾਣਗੇ ਨਾ ਕਿਤੇ ਵੀ। ਉਹ ਜਿਹੜਾ ਪੜ੍ਹਿਆ ਸੀ, ਜਿਹੜਾ ਸਟੱਡੀ ਕੀਤਾ ਸੀ ਹਾਰਡ, ਉਹ ਤਾਂ ਦਿਮਾਗ 'ਚ ਹੀ ਹੈ ਨਾ। ਤਾਂ ਜਿਹੜੀ ਕਮੀਆਂ ਰਹਿ ਗਈਆਂ ਸੀ, ਆਈ ਹੈਵ ਟੂ ਪੋਲਿਸ਼ ਦੈਮ ਨਾਓ, ਮੈਂ ਉਹਨਾਂ ਤੇ ਕਰਨਾ। ਸਿਮਿਲਰਲੀ ਇਨ ਅ ਰਿਲੇਸ਼ਨ, ਕੋਈ ਐਸਾ ਰਿਲੇਸ਼ਨ ਸੀ ਬੈਡ ਹੋ ਗਿਆ, ਜਿਹੜਾ ਅਗਲਾ ਧੋਖਾ ਦੇ ਗਿਆ, ਜਾਂ ਸਮਹਾਉ ਕੁਛ ਵੀ ਐਸਾ ਲਾਈਫ ਵਿੱਚ ਹੋ ਗਿਆ ਕਿ ਉਹ ਰਿਲੇਸ਼ਨ ਜਿਹੜਾ ਆ ਉਹ 'ਚ ਫੇਲੀਅਰ ਹੋ ਗਈ, ਤਾਂ ਉਹਦੇ 'ਚ ਵੀ ਵੀ ਹੈਵ ਐਨ ਐਕਸਪੀਰੀਅੰਸ। ਸਾਡੇ ਸਾਹਮਣੇ ਇੱਕ ਐਕਸਪੀਰੀਅੰਸ ਆ ਗਿਆ ਕਿ ਜੇ ਤਾਂ ਹੁਣ ਉਹਨੂੰ ਮੈਂਡ ਨਹੀਂ ਕੀਤਾ ਜਾ ਸਕਦਾ, ਅਸੀਂ ਜਾਣ ਲਿਆ ਕਿ ਵੀ ਕੈਨ ਨਾਟ ਮੈਂਡ ਦਿਸ ਰਿਲੇਸ਼ਨ ਬੈਕ। ਤਾਂ ਇੱਕ ਚੀਜ਼ ਜਿਹੜੀ ਹੈ, ਅਸੀਂ ਉੱਥੋਂ ਇਹ ਚੀਜ਼ ਨੂੰ ਲੈ ਸਕਦੇ ਹਾਂ, ਥੈਂਕਫੁਲ ਹੋ ਸਕਦੇ ਕਿ ਓਕੇ, ਆਈ ਹੈਵ ਦਿਸ, ਭਾਵੇਂ ਉਹ ਬੈਡ ਹੀ ਹੈ, ਭਾਵੇਂ ਬੁਰਾ ਐਕਸਪੀਰੀਅੰਸ ਹੀ ਹੈ, ਬਟ ਇਟ ਹੈਜ਼ ਟੌਟ ਮੀ ਹਾਊ ਟੂ ਸੀ ਅਦਰ ਪਰਸਨ। ਮੈਂ ਕਿਸ ਤਰ੍ਹਾਂ ਇਹ ਕਮੀਆਂ ਜਿਹੜੀਆਂ ਮੇਰੇ 'ਚ ਸੀ, ਕਿਸ ਤਰ੍ਹਾਂ ਮੈਂ ਟਰਸਟ ਕੀਤਾ, ਜਾਂ ਕਿਹੜੀ ਕਮੀ ਰਹੀ ਸੀ ਇਸ ਰਿਲੇਸ਼ਨ ਵਿੱਚ, ਨੈਕਸਟ ਜਦੋਂ ਵੀ ਇਹੋ ਜਿਹਾ ਆਏਗਾ ਤਾਂ ਮੈਂ ਉਸ ਚੀਜ਼ ਨੂੰ ਪ੍ਰੋਪਰਲੀ ਹੈਂਡਲ ਕਰ ਪਾਵਾਂਗਾ। ਮੇਰਾ ਧਿਆਨ ਹੋਏਗਾ, ਅਟੈਂਟਿਵ ਹੋਵਾਂਗਾ, ਅਲਰਟ ਹੋਵਾਂਗਾ ਟੂਵਰਡਸ ਪੀਪਲ, ਤੇ ਫਿਰ ਉਹ ਰਿਲੇਸ਼ਨਸ ਦੇ ਵਿੱਚ ਮੈਨੂੰ ਦੁਬਾਰਾ ਇਹ ਧੱਕਾ, ਇਹੋ ਜਿਹਾ ਫੇਲੀਅਰ, ਇਹੋ ਜਿਹਾ ਸੈਟਬੈਕ ਨਹੀਂ ਮਿਲੇਗਾ। The only thing is we have to have a plan with us। ਫਿਰ ਉਹ ਪਲਾਨ ਬਣੇ ਕਿ ਓਕੇ, ਹੁਣ ਇੱਥੋਂ ਅੱਗੇ ਕਿਵੇਂ ਚੱਲਣਾ ਆ। ਇਹ ਚੀਜ਼ ਇੱਥੇ ਖਤਮ ਹੋ ਚੁੱਕੀ ਹੈ, I have to leave it behind, I have to move on। ਤੇ ਅੱਗੇ ਮੈਂ ਹੁਣ ਕਿਹੜਾ ਰਸਤਾ ਲੈਣਾ ਹੈ, whether I have to study again and ਜੇ ਇਹੋ ਜਿਹਾ ਹੈਗਾ ਮੌਕਾ ਕਿ ਇਹੋ ਜਿਹਾ ਫੇਲੀਅਰ ਹੈ ਕਿ ਮੈਂ ਦੁਬਾਰਾ ਉਸ ਕਲਾਸ 'ਚ ਜਾਣਾ ਹੈ, ਵੈਲ ਇਨਫ, ਮੈਂ ਪਿਛਲਾ ਐਕਸਪੀਰੀਅੰਸ ਯੂਜ਼ ਕਰਕੇ ਹੁਣ ਉਸ ਨੂੰ ਦੁਬਾਰਾ ਹੋਰ ਵਧੀਆ ਕਰਕੇ ਪੇਸ਼ ਕਰਾਂਗਾ। ਤਾਂ ਜੇ ਉਸੇ ਫੀਲਡ ਵਿੱਚ ਅੱਗੇ ਨਹੀਂ ਜਾਣਾ, ਜਿਵੇਂ ਮੈਂ ਰਿਲੇਸ਼ਨ ਦੀ ਗੱਲ ਕੀਤੀ ਹੈ, ਦੈਨ ਆਲਸੋ ਅਸੀਂ ਇੱਕ ਲੈਸਨ ਲੈ ਕੇ ਅਸੀਂ ਅਗਲਾ ਪਲਾਨ ਬਣਾ ਲਾਂਗੇ ਕਿ ਅੱਗੇ ਹੁਣ ਲਾਈਫ ਦੇ ਵਿੱਚ ਅਸੀਂ ਕਿਸ ਤਰ੍ਹਾਂ ਅੱਗੇ ਵਧਣਾ। ਸੋ ਉਹ ਪਲਾਨ ਬੜਾ ਜ਼ਰੂਰੀ ਹੈ। ਨਾ ਮੋਸਟ ਇੰਪੋਰਟੈਂਟ ਥਿੰਗ, ਦਾ 8th ਪੁਆਇੰਟ, ਜਿਹੜਾ 8ਵਾਂ ਪੁਆਇੰਟ ਹੈ, ਉਹ ਬੜਾ ਜ਼ਰੂਰੀ ਹੈ ਕਿ ਪਲਾਨ ਵੀ ਬਣਾ ਲਿਆ, ਅਸੀਂ ਸਪੋਰਟ ਵੀ ਲੈ ਲਈ, ਇੰਸਪੀਰੇਸ਼ਨ ਵੀ ਲੈ ਲਈ। ਬਹੁਤ ਸਾਰੇ ਕੋਈ 1 ਜਾਂ 2 ਜਾਂ ਕੋਈ ਵੀ ਐਸੇ ਲੋਕ ਜਾਂ ਕੋਈ ਇਹੋ ਜਿਹੀ ਬੁੱਕਸ ਜਾਂ ਵੀਡੀਓ ਸਾਨੂੰ ਮਿਲ ਗਈਆਂ, ਸਾਡਾ ਮਨ ਪੋਜ਼ਿਟਿਵ ਹੋ ਗਿਆ, ਅਸੀਂ ਸੋਚ ਵੀ ਲਿਆ ਕਿ ਹੁਣ ਅਸੀਂ ਇਸ ਰਾਹ ਤੇ ਅੱਗੇ ਚੱਲਾਂਗੇ, ਇਹ ਸਾਡਾ ਰੂਟ ਹੈ, ਇਹ ਪਾਥ ਹੈ। ਸੋ ਆਈ ਵਿਲ ਮੂਵ ਔਨ ਟੂ ਦਿਸ ਪਾਥ, ਲੀਵਿੰਗ ਬਿਹਾਈਂਡ ਐਵਰੀਥਿੰਗ। ਸੋ ਦਾ 8th ਪੁਆਇੰਟ ਇਜ਼ ਮੂਵ ਰਾਈਟ ਔਨ। ਫਿਰ ਡਿਲੇ ਨਾ ਕਰੋ, ਰੋਕੋ ਨਾ। ਆਪਣੇ ਜਿਹੜਾ ਤੁਸੀਂ ਪਲਾਨ ਬਣਾਇਆ ਉਹਨੂੰ ਐਗਜ਼ੀਕਿਊਟ ਕਰਨ ਵਿੱਚ ਦੇਰ ਨਾ ਲਗਾਓ। ਡੋਂਟ ਡਿਲੇ ਇਟ। ਉਹਨੂੰ ਕੱਲ ਤੇ ਨਾ ਪਾਇਓ ਕਿ ਕੱਲ ਤੋਂ ਕਰਾਂਗੇ, ਪਰਸੋਂ ਤੋਂ ਕਰਾਂਗੇ। ਮੋਸਟ ਆਫਨ ਇਟ ਹੈਪਨਸ ਜਿਹੜਾ ਫਰਸਟ ਸਟੈਪ ਹੁੰਦਾ ਉਹਦੇ 'ਚ ਥੋੜਾ ਜਿਹਾ ਹਿੰਮਤ ਚਾਹੀਦੀ ਹੁੰਦੀ, ਕਰੇਜ ਚਾਹੀਦੀ ਹੁੰਦੀ ਹੈ। ਵੰਸ ਯੂ ਸਟਾਰਟ ਇਟ, ਭਾਵੇਂ ਉਹ ਛੋਟੇ ਜਿਹੇ ਸਟੈਪਸ ਆ, ਮੈਂ ਜਿੱਦਾਂ ਪਹਿਲਾਂ ਹੀ ਕਿਹਾ, ਭਾਵੇਂ ਛੋਟੇ ਸਟੈਪਸ ਹੀ ਨੇ, ਜਸਟ ਟੇਕ ਦੈਮ। ਅੱਗੇ ਵਧਣ ਲਈ ਛੋਟੇ ਸਟੈਪਸ ਹੀ ਸਹੀ, ਪਰ ਲਵੋ ਔਰ ਉਹਨੂੰ ਸ਼ੁਰੂ ਕਰ ਦੇਵੋ, ਉਹਦੇ 'ਚ ਡਿਲੇ ਨਾ ਕਰੋ।
ਜਿਵੇਂ ਬਾਣੀ ਕਹਿੰਦੀ ਨਾ ਕਿ ਸਾਨੂੰ ਉਸ ਚੀਜ਼ 'ਚ ਦੇਰ ਨਹੀਂ ਕਰਨੀ ਚਾਹੀਦੀ, ਜਿਹੜਾ ਕੱਲ ਤੇ ਪਾਵਾਂਗੇ ਉਹ ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ ਕੱਲ। ਸੋ ਇਸ ਕਰਕੇ ਜੋ ਵੀ ਪਲਾਨ ਤੁਸੀਂ ਬਣਾ ਲਿਆ ਆ ਉਸ ਨੂੰ ਅੱਜ ਹੀ ਜਿੱਦਾਂ ਹੀ ਪਲਾਨ ਬਣਿਆ ਸਟਾਰਟ ਵਰਕਿੰਗ ਔਨ ਇਟ, ਉਹਦੇ ਤੇ ਵਰਕ ਕਰਨਾ ਸ਼ੁਰੂ ਕਰ ਦੇਵੋ। ਭਾਵੇਂ ਛੋਟੇ ਸਟੈਪਸ, ਟੇਕ ਸਮਾਲ ਸਟੈਪਸ ਔਰ ਵਾਟਐਵਰ ਯੂ ਹੈਵ ਪਲਾਨਡ, ਜਿੱਦਾਂ ਤੁਸੀਂ ਪਲਾਨ ਕੀਤਾ ਉਹਨੂੰ ਕਰੋ, ਬਟ ਜਸਟ ਵਰਕ ਔਨ ਦੈਟ ਪਲਾਨ, ਉਹਨੂੰ ਸਟਾਰਟ ਕਰ ਦਿਓ। ਡੋਂਟ ਡਿਲੇ ਓਵਰ ਇਟ, ਕਿਉਂਕਿ ਜਿੱਦਾਂ ਅਸੀਂ ਡਿਲੇ ਕਰਦੇ ਹਾਂ ਫਿਰ ਸਾਡਾ ਮਨ ਜਿਹੜਾ ਕਈ ਵਾਰ ਸੋਚਦੇ ਹਾਂ ਉਹ ਬੈਕ ਨੂੰ ਚਲਾ ਜਾਂਦਾ, ਪਿੱਛੇ ਨੂੰ ਚਲਾ ਜਾਂਦਾ, ਫਿਰ ਉਹ ਡਿਲੇ ਹੁੰਦਾ ਜਾਂਦਾ ਹੈ। ਫਿਰ ਜਿੱਦਾਂ ਅਸੀਂ ਕੱਲ ਤੇ ਪਾਉਂਦੇ ਜਾਂਦੇ, ਟਰਕਾਉਂਦੇ ਜਾਂਦੇ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਤੇ ਫਿਰ ਉਹ ਜਿਹੜਾ ਹੈ ਨਾ ਉਹ ਸਾਨੂੰ ਖਰਾਬ ਕਰਦਾ, ਅਸੀਂ ਉਸ ਪਲਾਨ ਨੂੰ ਐਗਜ਼ੀਕਿਊਟ ਨਹੀਂ ਕਰ ਪਾਵਾਂਗੇ। ਸੋ ਐਗਜ਼ੀਕਿਊਟ ਦ ਪਲਾਨ ਸਟ੍ਰੇਟ ਅਵੇ, ਸਟਾਰਟ ਕਰ ਦਿਓ ਉਹਨੂੰ। ਜਿੱਦਾਂ ਹੀ ਤੁਹਾਡੇ ਮਾਈਂਡ 'ਚ ਆ ਗਿਆ ਕਿ ਇਸ ਤਰ੍ਹਾਂ ਮੈਂ ਅੱਗੇ ਵਧਣਾ ਆ, ਤੇ ਉਸ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਟੇਕ ਇੰਸਪੀਰੇਸ਼ਨ, ਸਪੋਰਟ ਫਰੋਮ ਯੋਰ ਵਰਲਡ। ਐਂਡ ਦ ਫਾਈਨਲ ਥਿੰਗ, 9th ਪੁਆਇੰਟ, ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈ ਕਿ ਇੰਪਰੂਵ ਯੋਰ ਸੈਲਫ ਐਸਟੀਮ, ਆਪਣਾ ਸੈਲਫ ਕੌਨਫੀਡੈਂਸ, ਆਪਣੀ ਸੈਲਫ ਰਿਸਪੈਕਟ ਨੂੰ ਵਧਾਉਣਾ, ਇਨਕਰੀਜ਼ ਦੈਟ, ਉਹਨੂੰ ਅਸੀਂ ਇੰਪਰੂਵ ਕਰੀਏ ਤਾਂ ਕਿ ਸਾਨੂੰ ਇੱਕ ਕਲੈਰਿਟੀ ਆ ਜਾਵੇ ਕਿ ਇਹ ਜਿਹੜਾ ਫੇਲੀਅਰ ਆਇਆ ਸੀ ਇਹ 'ਚ ਮੇਰੀ ਰਿਸਪੌਂਸਿਬਿਲਿਟੀ ਕਿੰਨੀ ਕੁ ਹੈ, ਹਾਊ ਮਚ ਰਿਸਪੌਂਸਿਬਲ ਐਮ ਆਈ ਇਨ ਦਿਸ ਫੇਲੀਅਰ ਔਰ ਸੈਟਬੈਕ, ਤੇ ਜੇ ਮੇਰੀ ਨਹੀਂ ਵੀ ਹੈ ਤੇ ਕਿੰਨਾ ਕੁ ਇਹਦੇ ਵਿੱਚ ਜਿਹਨੂੰ ਅਸੀਂ ਬੈਡ ਲੱਕ ਵਾਲਾ ਫੈਕਟਰ ਕਹਿੰਦੇ ਆ। ਔਰ ਸੈਕੰਡਲੀ ਉਹੀ ਸੈਲਫ ਐਸਟੀਮ ਸਾਨੂੰ ਇਹ ਸਿਖਾਏਗਾ ਕਿ ਹਾਂ ਯੂ ਆਰ ਨਾਟ ਅ ਫੇਲੀਅਰ, ਦਿਸ ਇਜ਼ ਜਸਟ ਅ ਸੈਟਬੈਕ, ਇੱਕ ਛੋਟਾ ਜਿਹਾ ਰੀਰੂਟ ਦਾ ਸਾਈਨ ਆਇਆ ਆ, ਅਸੀਂ ਅੱਗੇ ਨੂੰ ਵਧਣਾ ਹੈ। ਤੇ ਹੁਣ ਇਹ ਸੈਲਫ ਐਸਟੀਮ ਕਿਵੇਂ ਇੰਪਰੂਵ ਹੋਏਗੀ? ਅਗੇਨ ਆਲ ਦੋਜ਼ 8 ਸਟੈਪਸ ਜਿਹੜੇ ਅਸੀਂ ਪਿੱਛੇ ਡਿਸਕਸ ਕੀਤੇ ਹੈ, ਜਦੋਂ ਅਸੀਂ ਇਹਨਾਂ ਨੂੰ ਦੁਬਾਰਾ ਕਰੀ ਜਾਵਾਂਗੇ, ਸਾਡੀ ਸੈਲਫ ਐਸਟੀਮ, ਕੌਨਫੀਡੈਂਸ, ਵਿਸ਼ਵਾਸ, ਆਤਮ ਵਿਸ਼ਵਾਸ ਜਿਹਨੂੰ ਅਸੀਂ ਕਹਿੰਦੇ ਆ, ਉਹ ਇੰਪਰੂਵ ਹੋਏਗਾ। ਇਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਸਟਰੋਂਗ ਕਰਕੇ ਅੰਦਰੋਂ ਮਜ਼ਬੂਤ ਕਰਕੇ ਫਿਰ ਹੀ ਅਸੀਂ ਅੱਗੇ ਵਧਦੇ ਹਾਂ। ਤੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਕਥਾ ਦੀ ਗੱਲ ਕਰਦੇ ਹਾਂ, ਯਕੀਨ ਜਾਣੋ ਸਾਰੀ ਬਾਣੀ, ਸਾਰਾ ਧਰਮ ਦਾ ਗਿਆਨ ਜਿਹੜਾ ਹੁੰਦਾ ਆ ਉਹ ਸਾਡੇ ਅੰਦਰ ਦੀ ਉਸ ਸੈਲਫ ਐਸਟੀਮ, ਉਹ ਸਾਡੇ ਅੰਦਰ ਦੀ ਜੋ ਰੀਅਲਾਈਜੇਸ਼ਨ ਹੈ ਉਸ ਦੇ ਵੱਲ ਹੁੰਦਾ ਹੈ ਕਿ ਅਸੀਂ ਇਸ ਚੀਜ਼ ਨੂੰ ਸਮਝ ਸਕੀਏ ਕਿ ਲਾਈਫ ਵਿੱਚ ਬਾਹਰੋਂ ਸਰਕਮਸਟੈਂਸਸ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ, ਸੁੱਖ ਵੀ ਆਉਂਦੇ ਆ, ਦੁੱਖ ਵੀ ਆਉਂਦੇ ਆ, ਸਕਸੈਸਸ ਵੀ ਆਉਂਦੀਆਂ ਨੇ, ਫੇਲੀਅਰਸ ਵੀ ਆਉਂਦੇ ਨੇ। ਜਿੱਥੇ ਅਸੀਂ ਆਪਣੀ ਸਕਸੈਸਸ ਨੂੰ ਵੈਲਕਮ ਕਰਦੇ ਆ, ਨੱਚ ਕੇ, ਟੱਪ ਕੇ, ਹੱਸ ਕੇ, ਪਾਰਟੀ ਕਰਕੇ, ਉੱਥੇ ਅਸੀਂ ਇਹ ਵੀ ਜਾਣੀਏ ਕਿ ਹਾਂ ਇੱਥੇ ਫੇਲੀਅਰਸ ਵੀ ਆਉਣੇ ਆ ਐਂਡ ਆਈ ਹੈਵ ਟੂ ਐਕਸੈਪਟ ਦੈਮ ਟੂ। ਤੋ ਇਹ ਜਿਹੜਾ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਫ ਦੇ ਵਿੱਚ। ਜਿੱਦਾਂ ਅਸੀਂ ਇਹ ਸਿੱਖੀ ਜਾਵਾਂਗੇ, ਮੈਂ ਜੋ 9 ਪੁਆਇੰਟਸ ਤੁਹਾਨੂੰ ਦਿੱਤੇ ਨੇ, what I think they are practically ਐਪਲੀਕੇਬਲ, ਜੇ ਅਸੀਂ ਉਹਨਾਂ ਨੂੰ ਅਪਲਾਈ ਕਰਦੇ ਹਾਂ, ਭਾਵੇਂ ਅਜੇ ਫੇਲੀਅਰ ਨਹੀਂ ਵੀ ਆਇਆ, ਸੈਟਬੈਕ ਨਹੀਂ ਸਾਡੀ ਲਾਈਫ ਵਿੱਚ ਆਇਆ, ਵਿਚ ਇਵੈਂਚੁਅਲੀ ਕੈਨ ਕਮ ਇਨਟੂ ਐਨੀਵਨਸ ਲਾਈਫ, ਅਸੀਂ ਵਿਸ਼ ਤਾਂ ਨਹੀਂ ਕਰਦੇ ਪਰ ਆਉਂਦਾ ਆ ਸਾਰਿਆਂ 'ਚ। ਤੇ ਜੇ ਅਸੀਂ ਜਦੋਂ ਸਭ ਕੁਝ ਸਹੀ ਚੱਲ ਰਿਹਾ, ਜੇ ਉਦੋਂ ਹੀ ਅਸੀਂ ਇਸ ਚੀਜ਼ ਦੀ ਪ੍ਰੈਕਟਿਸ ਸ਼ੁਰੂ ਕਰ ਦਈਏ ਤੇ ਉਸ ਵੇਲੇ ਸਾਨੂੰ ਮੁਸ਼ਕਿਲ ਨਹੀਂ ਹੋਵੇਗੀ। ਜਿੱਦਾਂ ਅਸੀਂ ਉਹ ਪੰਜਾਬੀ 'ਚ ਕਹਿੰਦੇ ਕਿ ਅੱਗ ਲੱਗਣ ਤੋਂ ਬਾਅਦ ਖੂਹ ਨਹੀਂ ਪੁੱਟਣਾ ਚਾਹੀਦਾ। ਯੂ ਡੋਂਟ ਡਿਗ ਵੈਲਸ ਵੈਨ ਇਟ ਗੈਟ ਫਾਇਰ, ਜਦੋਂ ਅੱਗ ਲੱਗ ਗਈ ਫਿਰ ਫਾਇਰ ਆ ਗਈ ਫਿਰ ਨਹੀਂ ਖੂਹ ਪੁੱਟੇ ਜਾਂਦੇ, ਉਹ ਪਹਿਲਾਂ ਹੀ ਪ੍ਰੀਪਰੇਸ਼ਨ ਕਰਨੀ ਪੈਂਦੀ ਹੈ। ਸੋ ਪ੍ਰੀਪੇਅਰ, ਆਪਣੇ ਆਪ ਨੂੰ ਪ੍ਰੀਪੇਅਰ ਕਰੀਏ, ਆਪਣੇ ਕਿਡਸ ਨੂੰ ਵੀ ਅਸੀਂ ਇਹ ਚੀਜ਼ਾਂ ਸਿਖਾਈਏ ਕਿ ਯੈਸ ਬੇਟਾ, ਦਿਸ ਹੈਪਨਸ ਇਨ ਲਾਈਫ, ਸਟਰਗਲਸ, ਚੈਲੰਜਸ, ਫੇਲੀਅਰਸ, ਬਲੋਜ਼, ਇਹ ਸਭ ਕੁਝ ਲਾਈਫ 'ਚ ਆਉਂਦਾ, ਦੁੱਖ ਆਉਂਦੇ ਨੇ। ਆਲ ਵੀ ਹੈਵ ਟੂ ਡੂ ਇਜ਼ we must be prepared for how to tackle with them, how to face those failures, and after those failures how to rise again, ਕਿਉਂਕਿ ਲਾਈਫ ਉੱਥੇ ਖਤਮ ਨਹੀਂ ਹੁੰਦੀ। and by doing this, ਜਦੋਂ ਅਸੀਂ ਇਹੋ ਜਿਹਾ ਕਰਦੇ ਜਾਂਦੇ ਆ, ਇਟ ਬਿਕਮਸ ਅਵਰ ਹੈਬਿਟ। ਸਾਡਾ ਸੈਲਫ ਐਸਟੀਮ, ਸਾਡਾ ਸੈਲਫ ਕੌਨਫੀਡੈਂਸ ਇੰਨਾ ਕੁ ਵਧੀਆ, ਇੰਨਾ ਕੁ ਸਟਰੋਂਗ ਅਸੀਂ ਅੰਦਰੋਂ ਹੋ ਜਾਂਦੇ ਆ ਕਿ ਜਿਹੜੇ ਛੋਟੇ ਬਲੋਜ਼ ਜਾਂ ਛੋਟੇ ਫੇਲੀਅਰ ਸਾਡੀ ਲਾਈਫ ਵਿੱਚ ਆਉਂਦੇ, ਅਸੀਂ ਉਹਨਾਂ ਨੂੰ ਨੋਟਿਸ ਵੀ ਨਹੀਂ ਕਰਦੇ। ਉਹਦੇ ਲਈ ਅਸੀਂ ਬਹੁਤ ਜ਼ਿਆਦਾ, ਸਾਨੂੰ ਕੋਈ ਹਰਟ ਵੀ ਨਹੀਂ ਫੀਲ ਹੁੰਦਾ, ਦੁੱਖ ਵੀ ਫੀਲ ਨਹੀਂ ਹੁੰਦਾ। ਤੇ ਜਦੋਂ ਕਿਤੇ ਕੋਈ ਬਿਗਰ ਚੈਲੰਜ, ਕੋਈ ਬਿਗਰ ਫੇਲੀਅਰ, ਕੋਈ ਬਿਗਰ ਸੈਟਬੈਕ ਆਉਂਦਾ ਆ, ਉਦੋਂ ਵੀ ਇਟ ਬਿਕਮਸ ਈਜ਼ੀਅਰ ਫॉर ਅਸ ਟੂ ਰਿਕਵਰ ਫਾਸਟਰ ਦੈਨ ਅਦਰਸ, ਅਸੀਂ ਜਲਦੀ ਰਿਕਵਰ ਕਰ ਜਾਂਦੇ ਆ। ਗੁਰੂ ਭਲਾ ਕਰੇ ਸਾਡੇ ਮਾਈਂਡ ਦੇ ਵਿੱਚ ਇਹ ਚੀਜ਼ ਬੈਠ ਜਾਵੇ, ਅਸੀਂ ਪ੍ਰੈਕਟਿਸ ਕਰੀਏ ਇਹਨਾਂ ਚੀਜ਼ਾਂ ਦੀ, ਜਿਹਦੇ ਨਾਲ ਲਾਈਫ ਵਿੱਚ ਆਉਣ ਵਾਲੇ ਸਟਰਗਲਸ, ਫੇਲੀਅਰਸ, ਸੈਟਬੈਕਸ ਤੋਂ ਅਸੀਂ ਛੇਤੀ ਰਿਕਵਰ ਕਰ ਸਕੀਏ। ਤੇ ਅਖੀਰ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੋਈ ਵੀ ਸਕਸੈਸ ਫਾਈਨਲ ਨਹੀਂ ਹੈ, ਕੋਈ ਵੀ ਫੇਲੀਅਰ ਫਾਈਨਲ ਨਹੀਂ ਹੈ। ਇਟਸ ਦ ਕਰੇਜ ਟੂ ਮੂਵ ਔਨ that counts. ਸਭ ਤੋਂ ਇੰਪੋਰਟੈਂਟ ਇਹੀ ਹੈ, no success is final, no failure is final, it's the courage to move on that counts, that matters. ਇਸ ਕਰਕੇ ਉਹ courage ਸਾਡੇ ਵਿੱਚ ਆਵੇ ਕਿ ਕਿਵੇਂ move on ਕਰਨਾ ਹੈ। ਜਦੋਂ success ਆਵੇ ਉਦੋਂ ਵੀ ਅਸੀਂ ਜਾਣੀਏ ਕਿ how to absorb it, ਕਿਵੇਂ ਅੱਗੇ ਜਾਣਾ ਹੈ ਅਸੀਂ। ਜਦੋਂ failure ਆਵੇ ਉਦੋਂ ਵੀ ਸਾਡੇ ਕੋਲ strength ਹੋਵੇ ਕਿ ਕਿਵੇਂ move on ਕਰਨਾ ਹੈ, ਕਿਵੇਂ ਅੱਗੇ ਵਧਣਾ ਹੈ। ਕਿ ਵੀਡੀਓਜ਼ ਜਿਹੜੇ ਨੇ ਇਹਨਾਂ ਨੂੰ ਤੁਸੀਂ ਸ਼ੇਅਰ ਕਰੋ,
ਕਿਸੇ ਦੀ ਹੈਲਪ ਹੋ ਸਕਦੀ ਹੈ। ਬਹੁਤ ਸਾਰੇ ਲੋਕ ਇਸ ਵੇਲੇ ਦੇਖੋ ਲੋਕਡਾਊਨ ਦਾ ਪੀਰੀਅਡ ਹੈ ਔਰ ਉਹ ਕਿਸੇ ਨਾਲ ਮਿਲ ਨਹੀਂ ਪਾ ਰਹੇ, ਕੋਈ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਮੇਲ ਮਿਲਾਪ ਨਹੀਂ ਹੈ, ਦੂਰ ਬੈਠੇ ਹੈ ਔਰ ਕਈਆਂ ਦੀ ਲਾਈਫ ਦੇ ਵਿੱਚ ਬਹੁਤ ਸਾਰੀ ਸਿਚੁਏਸ਼ਨਸ ਐਸੀਆਂ ਨੇ ਕਿ ਉਹ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰ ਪਾ ਰਹੇ। ਸੋ ਜਦੋਂ ਕੋਈ ਅੱਛੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਉਸ ਨੂੰ ਸ਼ੇਅਰ ਵੀ ਕਰੋ ਤਾਂ ਕਿ ਉਹ ਕਿਸੇ ਹੋਰ ਤੱਕ ਵੀ ਪੁੱਜੇ, ਕਿਸੇ ਦਾ ਭਲਾ ਹੋ ਜਾਵੇ। ਤੋ ਜੋ ਗਿਆਨ ਗੁਰੂ ਨੇ ਦਿੱਤਾ ਹੈ, ਜੋ ਗਿਆਨ ਅਸੀਂ ਆਪਣੀ ਸਰਾਊਂਡਿੰਗਸ ਤੋਂ ਲੈਂਦੇ ਹਾਂ, ਤੇ ਜੋ ਗਿਆਨ ਫॉर ਥਾਊਜ਼ੈਂਡਸ ਆਫ ਈਅਰਸ ਟੋਟਲ ਹਿਊਮਨ ਕਾਈਂਡ ਦਾ ਸਾਰਾ ਗਿਆਨ ਹੈ, ਕੋਈ ਮੇਰਾ ਇਕੱਲੇ ਦਾ ਨਹੀਂ ਹੈ। ਸੋ ਇਟਸ ਨਾਟ ਲਾਈਕ ਸਮ ਮਾਈ ਓਨ ਇਨਵੈਂਸ਼ਨ, ਐਸਾ ਨਹੀਂ ਹੁੰਦਾ। ਗੁਰੂ ਅਰਜਨ ਸੇਜ਼ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ। ਉਹ ਜਿਹੜਾ ਗੁਰ ਹੈ, ਜਿਹੜਾ ਗਿਆਨ ਹੈ, ਉਹ ਆਦ ਕਾਲ ਤੋਂ ਹੈ, ਉਹ ਸਦੀਆਂ ਤੋਂ ਉਹੀ ਹੈ। ਵੌਇਸਿਸ ਚੇਂਜ ਹੁੰਦੀਆਂ ਨੇ, ਵੇਜ਼ ਚੇਂਜ ਹੁੰਦਾ ਦੱਸਣ ਦਾ, ਪਰ ਗਿਆਨ ਉਹੀ ਰਹਿੰਦਾ ਆ। ਤੋ ਇਹ ਗਿਆਨ ਸਾਡੀ ਹਿਊਮੈਨਿਟੀ ਵਿੱਚ ਸ਼ੁਰੂ ਤੋਂ ਹੀ ਹੈ, ਬਸ ਅਸੀਂ ਇਸ ਚੀਜ਼ ਨੂੰ ਸਿੱਖਣਾ ਆ। all we have to learn from our own lives, from our surroundings, from our world। ਅਸੀਂ ਉੱਥੋਂ inspiration ਲੈ ਕੇ we can become so strong ਕਿ ਲਾਈਫ ਵਿੱਚ ਆਉਣ ਵਾਲੇ ਛੋਟੇ setbacks ਤਾਂ ਅਸੀਂ ਦੇਖਾਂਗੇ ਹੀ ਨਹੀਂ, ਤੇ ਵੱਡਿਆਂ ਦੀ ਵਾਰੀ ਵੀ we can recover easily and faster।